ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੀਰਤ ਪਰ ਕੀ ਨਾਰ ਸਭ, ਮਿਲੀ ਆਨ ਸਮੁਦਾਇ। ਮਿਲ ਮਿਲ ਰੋਦਤ ਸ਼ਬਦ ਕੋ, ਉੱਚੇ ਰੌਰ ਉਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਹਨ। ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ 'ਚ ਇਕਾਗਰ ਕਰੀਏ। ਸਤਿਗੁਰੂ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਗੁਰੂ ਦਾ ਭਾਣਾ ਮੰਨ ਕੇ ਜੋਤੀ ਜੋਤ ਸਮਾ ਗਏ। ਅਚਾਨਕ ਇਹ ਖਬਰ ਜਦੋਂ ਸਾਰਿਆਂ ਨੂੰ ਮਿਲੀ ਹੈ, ਬਹੁਤ ਬੇਬਰ ਹੋ ਕੇ ਸਾਰੇ ਉਸ ਸਥਾਨ 'ਤੇ ਜਿੱਥੇ ਅੱਜ ਕੱਲ੍ਹ ਡੇਰਾ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ, ਪਹਾੜ ਦੇ ਉੱਤੇ ਚੜ੍ਹੇ ਹਨ। ਅਤੇ ਉਸ ਪਹਾੜੀ 'ਤੇ ਜਾ ਕੇ ਛੇਵੇਂ ਪਾਤਸ਼ਾਹ ਨੇ ਅਤੇ ਸਾਰੀਆਂ ਸੰਗਤਾਂ ਨੇ ਬਾਬਾ ਜੀ ਦਾ ਸੰਸਕਾਰ ਕੀਤਾ ਹੈ। ਇਹ ਬਹੁਤ ਹੀ ਵੱਡੀ ਦੁੱਖ ਦੀ ਖਬਰ ਸੀ ਜੋ ਸੰਸਾਰ ਵਿੱਚ ਫੈਲੀ ਹੈ। ਬਹੁਤ ਸੰਗਤਾਂ ਬੈਰਾਗ ਕਰ ਰਹੀਆਂ ਨੇ, ਮਨ ਸਾਰਿਆਂ ਦਾ ਦੁਖੀ ਹੈ। ਗੁਰੂ ਸਾਹਿਬ ਸੰਗਤਾਂ ਨੂੰ ਭਾਣਾ ਮੰਨਣ ਦਾ ਉਪਦੇਸ਼ ਦੇਣਗੇ। ਅੱਜ ਦੇ ਪ੍ਰਕਰਣ 'ਚ ਇਹ ਕਥਾ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੀਰਤ ਪਰ ਕੀ ਨਾਰ ਸਭ, ਸ੍ਰੀ ਕੀਰਤਪੁਰ ਸਾਹਿਬ ਦੀਆਂ ਸਾਰੀਆਂ ਬੀਬੀਆਂ ਮਿਲੀ ਆਨ ਸਮੁਦਾਇ। ਗੁਰੂ ਕੇ ਮਹਿਲਾਂ ਵਿੱਚ ਗੁਰਦੁਆਰਾ ਸੀਸ ਮਹਿਲ ਵਾਲੀ ਧਰਤੀ 'ਤੇ ਇਕੱਠੀਆਂ ਹੋਈਆਂ ਹਨ। ਮਿਲ ਮਿਲ ਰੋਦਤ ਸ਼ਬਦ ਕੋ, ਔਰ ਸਾਰੀਆਂ ਬੀਬੀਆਂ ਮਿਲ ਮਿਲ ਕੇ ਰੋਂਦੀਆਂ ਹਨ, ਬੈਰਾਗ ਕਰਦੀਆਂ ਹਨ। ਉੱਚੇ ਰੌਰ ਉਠਾਏ। ਬੜਾ ਬੈਰਾਗ ਕਰਦੀਆਂ ਨੇ। ਬਹੁਤ ਕੁਰਲਾਟ ਮਚਦਾ ਹੈ ਜਦੋਂ ਬੀਬੀਆਂ ਵੈਣ ਪਾਉਂਦੀਆਂ ਹਨ। ਚੌਪਈ ਪਰ ਜਨ ਸਗਰੇ ਗੁਰ ਢਿਗ ਆਏ। ਤੇ ਨਗਰ ਦੇ ਆਦਮੀ ਮਨੁੱਖ ਜਿਹੜੇ ਹਨ, ਉਹ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਕੋਲ ਆ ਕੇ ਬੈਠੇ ਹਨ। ਬੈਠੇ ਸਭਾ ਬਿਲੰਦ ਲਗਾਏ। ਬਹੁਤ ਵੱਡੀ ਸਭਾ ਲੱਗ ਗਈ, ਕਿਉਂਕਿ ਮਹਾਰਾਜ ਦੀਆਂ ਸੰਗਤਾਂ ਹੀ ਬੜੀਆਂ ਸਨ। ਸ਼ਹਿਰ ਦੇ ਵਾਸੀ, ਫੌਜਾਂ, ਗੁਰੂ ਕੇ ਪਿਆਰੇ ਉਸੇ ਵੇਲੇ ਹੀ ਜੋ ਸੰਸਕਾਰ ਕਰਕੇ ਆਏ ਹਨ। ਅਤੇ ਸਤਿਗੁਰਾਂ ਦੇ ਆਲੇ ਦੁਆਲੇ ਬਹੁਤ ਸੰਗਤਾਂ ਬੈਠ ਗਈਆਂ ਹਨ ਗੁਰੂ ਕੇ ਮਹਿਲਾਂ ਵਿੱਚ। ਅਚਰਜ ਭਇਓ ਅਚਾਨਕ ਇਹ ਬੜਾ ਅਚਾਨਕ ਭਾਣਾ ਵਰਤ ਗਿਆ, ਆਸ਼ਚਰਜ ਬਾਣਾ ਵਰਤ ਗਿਆ। ਬਹੁਤ ਵੱਡੀ ਇਹ ਗੁਰੂ ਘਰ ਦੇ ਵਿੱਚ ਪਰਮੇਸ਼ਰ ਨੇ ਇਹ ਵਿਛੋੜਾ ਪਾਇਆ ਬਾਬਾ ਗੁਰਦਿੱਤਾ ਜੀ ਦਾ, ਜਿਹੜਾ ਕਿਸੇ ਤੋਂ ਵੀ ਸਿਆ ਨਹੀਂ ਜਾ ਰਿਹਾ। ਨਹਿ ਜਾਨੀ ਇਮ ਤਨ ਤਜ ਦੇਹ। ਕਹਿੰਦੇ ਇੱਦਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ, ਚਿੱਤ ਚੇਤੇ ਵੀ ਨਹੀਂ ਸੀ ਵੀ ਬਾਬਾ ਜੀ ਇੱਦਾਂ ਚੋਲਾ ਛੱਡ ਜਾਣਗੇ, ਇੱਦਾਂ ਇਹ ਸਰੀਰ ਤਿਆਗ ਦੇਣਗੇ ਬਾਬਾ ਗੁਰਦਿੱਤਾ ਜੀ। ਤਰੁਣ ਬੈਸ ਬਹੁ ਮ੍ਰਿਦੁਲ ਸੁਭਾਉ। ਹਾਂ, ਜਵਾਨੀ ਦੀ ਉਮਰ 26 27 ਸਾਲ 25 ਸਾਲ ਦੀ ਉਮਰ ਹੋਵੇ, ਇੰਨਾ ਸੁਭਾਅ ਸੋਹਣਾ, ਸਭ ਦੇ ਨਾਲ ਪਿਆਰ ਕਰਨਾ, ਹਰ ਇੱਕ ਪ੍ਰਾਣੀ ਮਾਤਰ ਨਾਲ ਬਾਬਾ ਜੀ ਦਾ ਪ੍ਰੇਮ ਸੀ। ਅਤੇ ਹੱਸਦੇ ਹੱਸਦੇ ਸਭ ਨੂੰ ਮਿਲਿਆ ਕਰਦੇ ਸਨ। ਸੁਖਦ ਸਭਨ ਦੁਖਦਾਈ ਨ ਕਾਓ। ਸਾਰਿਆਂ ਨੂੰ ਸੁੱਖ ਦਿੰਦੇ, ਦੁੱਖ ਕਿਸੇ ਨੂੰ ਵੀ ਨਹੀਂ ਦਿੱਤਾ ਉਹਨਾਂ ਨੇ। ਬਾਬਾ ਗੁਰਦਿੱਤਾ ਜੀ ਨੇ ਸਾਰੀ ਦੁਨੀਆ ਨੂੰ ਖੁਸ਼ੀਆਂ ਹੀ ਵੰਡੀਆਂ ਹਨ। ਸਾਦਰਪੁਰ ਮਹਿ ਲੋਕ ਬਸਾਏ। ਅਤੇ ਉਹਨਾਂ ਨੇ ਕੀਰਤਪੁਰ ਸਾਹਿਬ ਵਸਾਇਆ। ਛੇਵੇਂ ਪਾਤਸ਼ਾਹ ਨੇ ਤਾਂ ਹੁਕਮ ਦਿੱਤਾ ਸੀ ਵੀ ਇੱਥੇ ਨਗਰ ਵਸਾਓ, ਪਰ ਨਗਰ ਵਸਾਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਨਗਰ ਦੇ ਵਿੱਚ ਲੋਕਾਂ ਨੂੰ ਲਿਆ ਕੇ ਵਸਾਉਣਾ, ਉਹਨਾਂ ਨੂੰ ਕਾਰੋਬਾਰ ਖੋਲ੍ਹ ਕੇ ਦੇਣੇ, ਦੁਕਾਨਦਾਰਾਂ ਨੂੰ ਦੁਕਾਨਾਂ ਪਾ ਕੇ ਦੇਣੀਆਂ, ਖੇਤੀਬਾੜੀ ਕਰਨ ਵਾਲਿਆਂ ਨੂੰ ਖੇਤੀ ਦਾ ਬੰਦੋਬਸਤ ਕਰਕੇ ਦੇਣਾ, ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸਰਕਾਰਾਂ ਦੇ ਕੰਮ ਹੁੰਦੇ ਨੇ ਸ਼ਹਿਰ ਵਸਾਉਣੇ, ਪਰ ਬਾਬਾ ਗੁਰਦਿੱਤਾ ਜੀ ਸੱਚੀ ਸਰਕਾਰ ਸਨ। ਉਹਨਾਂ ਨੇ ਕੀਰਤਪੁਰ ਸਾਹਿਬ ਨਗਰ ਬਹੁਤ ਵਧੀਆ ਵਸਾਇਆ ਹੈ। ਬੂਝਤ ਕੁਸ਼ਲ ਸਦਾ ਅਪਣਾਏ। ਅਤੇ ਉਹਨਾਂ ਨੇ ਹਮੇਸ਼ਾ ਹੀ ਹਰ ਬੰਦੇ ਦਾ ਹਾਲ ਚਾਲ ਪੁੱਛਣਾ ਵੀ ਸਾਡੇ ਨਗਰ ਵਿੱਚ ਕੀਰਤਪੁਰ ਸਾਹਿਬ 'ਚ ਰਹਿਣ ਵਾਲਾ ਕੋਈ ਦੁਖੀ ਤਾਂ ਨਹੀਂ, ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ।
ਕੋਈ ਵੀ ਤੰਗੀ ਦਾ ਨਹੀਂ। ਇੱਦਾਂ ਬਾਬਾ ਗੁਰਦਿੱਤਾ ਜੀ ਸਭ ਦਾ ਹਾਲ ਚਾਲ ਪੁੱਛਦੇ ਰਹਿੰਦੇ ਸਨ। ਔਰ ਉਦਾਰ ਜਾ ਚਾਹੇ ਜਿਮ ਕੋਈ। ਤੇ ਦਿਲ ਬੜਾ ਖੁੱਲ੍ਹਾ ਸੀਗਾ ਬਾਬਾ ਗੁਰਦਿੱਤਾ ਜੀ ਦਾ। ਹੱਥ ਵੀ ਖੁੱਲ੍ਹਾ ਸੀ, ਦਿਲ ਵੀ ਖੁੱਲ੍ਹਾ ਸੀ। ਜਦੋਂ ਵੀ ਕੋਈ ਆ ਕੇ ਮੰਗ ਲਵੇ ਵੀ ਬਾਬਾ ਜੀ ਆਹ ਮੈਨੂੰ ਚੀਜ਼ ਚਾਹੀਦੀ ਹੈ, ਮੇਰਾ ਕੰਮ ਰੁਕ ਗਿਆ ਹੈ। ਕੋਈ ਗਰੀਬ ਕਹਿੰਦਾ ਮੇਰੀ ਬੱਚੀ ਦਾ ਵਿਆਹ ਹੈ ਤੇ ਪੈਸੇ ਕੋਈ ਨਹੀਂ, ਬਾਬਾ ਜੀ ਕੋਲੋਂ ਪੈਸੇ ਦੇ ਕੇ ਉਹਦੀ ਬੱਚੀ ਦਾ ਵਿਆਹ ਕਰ ਦਿੰਦੇ। ਕੋਈ ਦੁਕਾਨਦਾਰ ਕਹਿੰਦਾ ਬਾਬਾ ਜੀ ਦੁਕਾਨ ਚਲਾਉਣੀ ਹੈ ਪਰ ਮੂੜੀ ਕੋਈ ਨਹੀਂ, ਰਾਸ਼ੀ ਕੋਈ ਨਹੀਂ, ਬਾਬਾ ਜੀ ਕੋਲੋਂ ਪੈਸੇ ਦੇ ਕੇ ਉਹਦਾ ਕਾਰੋਬਾਰ ਤੋਰ ਦਿੰਦੇ। ਇੱਦਾਂ ਹੀ ਕਿਸੇ ਕਿਸਮ ਦੇ ਬੰਦੇ ਨੂੰ ਕੋਈ ਵੀ ਲੋੜ ਹੋਵੇ ਬਾਬਾ ਜੀ ਨਾ ਨਹੀਂ ਸੀ ਕਰਿਆ ਕਰਦੇ। ਹਟ ਕਰ ਸ਼ੂਸ਼ ਨ ਗਮਨਿਓ ਸੋਈ। ਬਾਬੇ ਗੁਰਦਿੱਤੇ ਦੇ ਬੂਹੇ ਤੋਂ ਖਾਲੀ ਕੋਈ ਨਹੀਂ ਗਿਆ। ਜੋ ਵਰ ਮੰਗਿਆ ਸੋ ਵਰ ਦਿੱਤਾ। ਇਹ ਬਾਬਾ ਗੁਰਦਿੱਤਾ ਜੀ ਦੇ ਉੱਤੇ ਪੂਰੀ ਤਰ੍ਹਾਂ ਢੁਕਦਾ ਹੈ ਬਚਨ। ਨਹਿ ਬਿਕਾਰ ਮਨ ਸ਼ਾਂਤ ਸਰੂਪ। ਤੇ ਮਨ 'ਚ ਕੋਈ ਵਿਕਾਰ ਨਹੀਂ ਸੀ। ਹਰ ਖਸੋ ਖੁਸ਼ੀ ਗਮੀ। ਕਈ ਵਾਰੀ ਬੰਦਾ ਖੁਸ਼ ਹੋ ਜਾਂਦਾ, ਕਦੀ ਬੰਦਾ ਪਰੇਸ਼ਾਨ ਹੋ ਜਾਂਦਾ। ਬਾਬਾ ਜੀ ਦਾ ਮਨ ਖਿੜਿਆ ਹੀ ਰਹਿੰਦਾ ਸੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਬ੍ਰਹਮ ਗਿਆਨੀ ਮਹਾਂਪੁਰਸ਼ ਸਨ। ਮਹਾ ਸੁਸ਼ੀਲ ਪ੍ਰਸੰਨ ਅਨੂਪ। ਬੜਾ ਸੁਸ਼ੀਲ ਸੁਭਾਅ ਸੀ। ਚਿਹਰਾ ਖਿੜਿਆ ਰਹਿੰਦਾ ਸੀ, ਖੇੜੇ 'ਚ ਰਹਿੰਦੇ ਸਨ। ਹਰ ਇੱਕ ਨੂੰ ਹੱਸੂ ਕਰਦੇ ਮਿਲਦੇ ਸਨ ਤੇ ਉਪਮਾ ਕੀਤੀ ਨਹੀਂ ਜਾ ਸਕਦੀ ਉਹਨਾਂ ਦੀ। ਸ਼੍ਰੀ ਕਰਤਾਰਪੁਰੇ ਰਣ ਠਾਨਤ। ਜਦੋਂ ਕਰਤਾਰਪੁਰ ਸੰਗ ਪੈਂਦੇ ਖਾਂ ਨਾਲ ਜੰਗ ਹੋਇਆ, ਪੈਂਦੇ ਦਾ ਜਵਾਈ ਉਸਮਾਨ ਖਾਂ ਬਾਬੇ ਗੁਰਦਿੱਤੇ ਦੇ ਹੱਥੋਂ ਮਾਰਿਆ ਗਿਆ ਹੈ। ਅਗਰ ਸਬਨ ਤੇ ਹੋਏ ਰਿਪਹਾਨਤ। ਤੇ ਬਾਬਾ ਜੀ ਮੈਦਾਨੇ ਜੰਗ ਵਿੱਚ ਵੀ ਅੱਗੇ ਵੱਧ ਕੇ ਲੜੇ ਹਨ। ਇਹ ਨਹੀਂ ਵੀ ਗੁਰੂ ਦੇ ਪੁੱਤਰ ਹੋਣ ਕਰਕੇ ਪਿੱਛੇ ਲੁਕ ਗਏ ਹੋਣ, ਨਹੀਂ, ਅੱਗੇ ਵੱਧ ਕੇ ਵੈਰੀਆਂ ਦੇ ਨਾਲ ਦੋ ਹੱਥ ਕੀਤੇ ਹਨ। ਜੋਧਾ ਅਦਕ ਬਾਣ ਵੱਡ ਮਾਰੇ। ਬਾਬਾ ਗੁਰਦਿੱਤਾ ਜੀ ਯੋਧੇ ਵੀ ਬੜੇ ਸਨ। ਬੜੇ ਕਸ ਤੀਰ ਮਾਰੇ ਵੈਰੀਆਂ ਨੂੰ, ਛਾਤੀਆਂ ਛਾਨਣੀ ਕਰ ਦਿੱਤੀਆਂ ਦੁਸ਼ਮਣਾਂ ਦੀਆਂ। ਤੇ ਸਭ ਤੋਂ ਵੱਡਾ ਯੋਧਾ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਸੀ ਪੈਂਦੇ ਦਾ ਜਵਾਈ ਉਸਮਾਨ ਖਾਨ, ਬਾਬੇ ਗੁਰਦਿੱਤੇ ਦੇ ਹੱਥੋਂ ਹੀ ਮਾਰਿਆ ਗਿਆ। ਅਰੇ ਅਗਾਰੀ ਸੋ ਨਰ ਹਾਰੇ। ਜਿਹੜਾ ਬਾਬੇ ਗੁਰਦਿੱਤੇ ਦੇ ਸਾਹਮਣੇ ਅੜਿਆ ਸੋ ਝੜ ਗਿਆ। ਬਾਬਾ ਗੁਰਦਿੱਤਾ ਜੀ ਦੇ ਸਾਹਮਣੇ ਜੰਗ ਦੇ ਮੈਦਾਨ ਵਿੱਚ ਕੋਈ ਸੂਰਮਾ ਠਹਿਰ ਨਹੀਂ ਸਕਿਆ। ਇਤਿਆਦਿ ਗੁਣ ਪਨਹ ਸੁਨਾਵਹਿ। ਇਸ ਤਰ੍ਹਾਂ ਲੋਕ ਮਹਾਰਾਜ ਦੇ ਵੱਡੇ ਪੁੱਤਰ ਬਾਬੇ ਗੁਰਦਿੱਤੇ ਦੇ ਗੁਣ ਕਹਿੰਦੇ ਹਨ, ਇੱਕ ਦੂਜੀ ਨੂੰ ਸੁਣਾਉਂਦੇ ਹਨ। ਬਹੁਤ ਸਾਰੀਆਂ ਗੱਲਾਂ ਸਨ। ਬਾਬਾ ਜੀ ਦਾਨੀਆਂ ਜੋ ਦਾਨੀ, ਯੋਧਿਆਂ ਜੋ ਯੋਧੇ, ਸੰਤਾਂ ਸੋ ਸੰਤ, ਭਗਤਾਂ ਜੋ ਭਗਤ, ਬ੍ਰਹਮ ਗਿਆਨੀਆਂ ਜੋ ਬ੍ਰਹਮ ਗਿਆਨੀ, ਸਾਰੇ ਗੁਣਾ ਕਰਕੇ ਪੂਰਨ ਸਨ ਮਹਾਂਪੁਰਸ਼ ਬਾਬਾ ਗੁਰਦਿੱਤਾ ਸਾਹਿਬ ਜੀ। ਸ਼੍ਰੀ ਸਤਿਗੁਰ ਦੇ ਤੀਰ ਬਤਾਵਹਿ। ਤੇ ਗੁਰੂ ਸਾਹਿਬ ਜੀ ਸਾਰਿਆਂ ਨੂੰ ਦੱਸਦੇ, ਭਾਈ ਇਹ ਵਾਹਿਗੁਰੂ ਦਾ ਭਾਣਾ ਹੁਣ ਮੰਨਣਾ ਹੀ ਪੈਣਾ। ਜਿਸ ਨਾਲ ਜ਼ੋਰ ਨਾ ਚੱਲੀ ਖਲੇ ਕੀਚਾ ਅਰਦਾਸ। ਜਿਹਦੇ ਅੱਗੇ ਜ਼ੋਰ ਨਹੀਂ ਚੱਲਦਾ ਉਹਦੇ ਅੱਗੇ ਹੱਥ ਜੋੜਨੇ ਹੀ ਬਣਦੇ ਹਨ। ਹੁਕਮ ਸਤ ਪਰਮੇਸ਼ਰ ਕੇਰਾ। ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦਾ ਹੁਕਮ ਸਤ ਹੈ, ਉਹਦਾ ਹੁਕਮ ਕਿਸੇ ਤੋਂ ਨਹੀਂ ਟਲਿਆ ਜਾਂਦਾ। ਜਿਹੜਾ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਨੇ ਇਹ ਸੰਸਾਰ ਦੇ ਵਿੱਚ ਹੁਕਮ ਵਰਤਾਣਾ ਹੈ, ਭਾਣਾ ਵਰਤਣਾ ਹੈ, ਉਹ ਵਰਤ ਕੇ ਰਹਿਣਾ। ਉਹ ਲਿਖਿਆੜਾ ਲੇਖ ਨਾ ਮੇਟੀਐ, ਦਰਹਾ ਕਾਰੜਾ ਆਇਆ ਹੈ। ਵਾਹਿਗੁਰੂ ਦੇ ਸੱਦੇ 'ਤੇ ਸਭ ਨੂੰ ਜਾਣਾ ਪੈਂਦਾ। ਉਹ ਲੇਖ ਵਾਹਿਗੁਰੂ ਨੇ ਜੋ ਲਿਖਿਆ ਹੈ ਉਹ ਮਿਟਦਾ ਨਹੀਂ ਹੈ। ਕੌਣ ਸਮਰੱਥ ਦੇ ਤਿਸ ਫੇਰਾ। ਮਹਾਰਾਜ ਕਹਿੰਦੇ ਭਾਈ ਇਹ ਦੁਨੀਆ ਦੇ ਕੌਣ ਇਹੋ ਜਿਹਾ ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਮੋੜ ਦੇਵੇ। ਉਹਦੀ ਚਿੱਠੀ ਮੁੜਦੀ ਨਹੀਂ, ਉਹਦੀ ਚੀਰੀ ਜਾਂ ਕੀ ਚੱਲਣਾ ਮੀਰ ਮਲਕ ਸਾਲਾਰ। ਉਹਦੀ ਚਿੱਠੀ ਆਈ, ਰਾਜਾ ਵੀ ਬਾਦਸ਼ਾਹ ਵੀ ਤੇ ਗਰੀਬ ਵੀ ਅਮੀਰ ਵੀ, ਵੱਡਾ ਛੋਟਾ ਹਰ ਇੱਕ ਜਾਣਾ ਹੀ ਪੈਂਦਾ, ਜਾਂਦੇ ਸਾਰੇ। ਹਾਂਜੀ, ਸਭਨ ਕੇ ਸਿਰ ਭਾਵੀ ਪਲੀ। ਸਾਰਿਆਂ ਦੇ ਸਿਰ ਤੇ ਭਾਵੀ ਵਰਤ ਕੇ ਰਹਿਣੀ ਹੈ। ਇਹ ਬੜੀ ਬਲਵਾਨ ਹੈ ਭਾਵੀ, ਇਹ ਬੜੀ ਵੱਡੀ ਤਾਕਤ ਹੈ ਭਾਵੀ, ਅਮੋੜ ਹੈ ਭਾਵੀ, ਕਿਸੇ ਕੋਲੋਂ ਮੋੜ ਹੀ ਨਹੀਂ ਜਾਂਦੀ। ਸਿਰ ਧਾਰਤ ਨਿਤ ਬੁਰੀ ਕੇ ਭਲੀ। ਸਾਰਿਆਂ ਨੂੰ ਸਿਰ ਤੇ ਧਾਰਨ ਕਰਨੀ ਪੈਂਦੀ, ਜੇ ਭਲੀ ਆਵੇ ਭਲੀ, ਬੁਰੀ ਆਵੇ ਬੁਰੀ।
ਕਿਸੇ ਨੂੰ ਵਾਹਿਗੁਰੂ ਦੇ ਭਾਣੇ 'ਚ ਖੁਸ਼ੀ ਮਿਲਦੀ ਹੈ ਉਹ ਮਿਲਣੀ ਹੈ, ਅਤੇ ਜਿਹੜੀ ਕੋਈ ਗਮੀ ਮਿਲਣੀ ਹੈ ਉਹ ਵੀ ਮਿਲਣੀ ਹੈ। ਸੰਜੋਗ ਵਿਜੋਗ ਦੋਇ ਕਾਰ ਚਲਾਵੈ, ਲੇਖੇ ਆਵੈ ਭਾਗ। ਪਰਮੇਸ਼ਰ ਦੇ ਭਾਣੇ ਵਿੱਚ ਹੀ ਸੰਜੋਗ ਵਿਜੋਗ ਦਾ ਪਹਿਰਾ ਵਰਤਦਾ ਹੈ। ਭਾਣਾ ਮਾਨਹਿ ਹਰਕਤ ਰਹੈ। ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਭਾਣਾ ਮੰਨਦੇ ਹਨ, ਭਾਣੇ ਵਿੱਚ ਖੁਸ਼ ਰਹਿੰਦੇ ਹਨ। ਨਹੀਂ ਤਰਕ ਪ੍ਰਭ ਕੀ ਦਿਸ਼ ਕਹੈ। ਵਾਹਿਗੁਰੂ ਤੇ ਕੋਈ ਤਰਕ ਨਾ ਕਰੇ ਵੀ ਰੱਬ ਨੇ ਚੰਗਾ ਨਹੀਂ ਕੀਤਾ, ਵਾਹਿਗੁਰੂ ਨੇ ਠੀਕ ਨਹੀਂ ਕੀਤਾ, ਇੱਦਾਂ ਨਹੀਂ ਕਹਿੰਦੇ, ਬਲਕਿ ਕਹਿੰਦੇ ਵੀ ਜੋ ਤੂੰ ਕਰੈ ਕਰਾਵੈ ਸੁਆਮੀ ਸਾਹ ਮਸਲਤ ਪ੍ਰਵਾਨ। ਵਾਹਿਗੁਰੂ ਜੋ ਤੂੰ ਕਰਦਾ, ਜੋ ਤੂੰ ਕਰਾਉਂਦਾ, ਸਾਨੂੰ ਪ੍ਰਵਾਨ ਹੈ, ਸਵੀਕਾਰ ਹੈ ਸਾਨੂੰ। ਹਾਂਜੀ, ਇਹੋ ਸੰਤਨ ਕੋ ਮਤ ਵਿਚਾਰ। ਇਹ ਸੰਤਾਂ ਦਾ ਮਤਾ ਹੈ। ਸੰਤ ਮਹਾਂਪੁਰਸ਼ ਜਿਹੜੇ ਹਨ ਪਰਮੇਸ਼ਰ ਦੇ ਪਿਆਰੇ, ਉਹਨਾਂ ਦਾ ਇਹ ਵਿਚਾਰ ਹੈ ਵੀ ਉਹ ਵਾਹਿਗੁਰੂ ਦੇ ਭਾਣੇ ਵਿੱਚ, ਉਹਦੀ ਰਜਾ ਵਿੱਚ ਰਹਿੰਦੇ ਹਨ। ਗ੍ਰਹਿਣ ਕਰਿਓ ਨੀ ਕੇ ਨਿਰਧਾਰ। ਇਹ ਸੰਤਾਂ ਨੇ ਨਿਰਣਾ ਕੀਤਾ ਹੋਇਆ, ਵਾਹਿਗੁਰੂ ਦੇ ਭਾਣੇ ਨੂੰ ਸਵੀਕਾਰ ਕੀਤਾ ਹੋਇਆ, ਭਲੀ ਪ੍ਰਕਾਰ ਦੇ ਨਾਲ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ। ਇਤਿਆਦਿਕ ਕਹਿ ਬਾਕ ਗੁਸਾਈ। ਇਸ ਤਰ੍ਹਾਂ ਦੇ ਬਚਨ ਮਹਾਰਾਜ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਨੂੰ ਕਹਿੰਦੇ ਹਨ। ਜਿਹੜੀ ਵੀ ਸੰਗਤ ਆਉਂਦੀ ਹੈ, ਸਿੱਖ ਆਉਂਦੇ ਨੇ, ਵਿਚਾਰੇ ਗਰੀਬ ਸਿੱਖ ਰੋਣ ਲੱਗ ਜਾਂਦੇ ਬਾਬਾ ਗੁਰਦਿੱਤਾ ਜੀ ਨੂੰ ਯਾਦ ਕਰਕੇ, ਅੱਖਾਂ 'ਚ ਹੰਝੂ ਆ ਜਾਂਦੇ ਹੈ। ਬੀਬੀਆਂ ਵੀ ਰੋਂਦੀਆਂ ਹਨ, ਸਿੱਖ ਵੀ ਰੋਂਦੇ ਹਨ, ਪਰ ਬਾਬਾ ਜੀ ਦੀ ਯਾਦ ਵਿੱਚ ਮਹਾਰਾਜ ਕਹਿੰਦੇ ਭਾਈ ਭਾਣਾ ਮੰਨੋ, ਬਾਣੀ ਪੜ੍ਹੋ, ਵਾਹਿਗੁਰੂ ਵਾਹਿਗੁਰੂ ਜਪੋ, ਇਹ ਮਨ ਨੂੰ ਟਿਕਾਓ, ਕਿਉਂਕਿ ਭਾਣਾ ਹੈ ਤਾਂ ਬੜਾ ਔਖਾ ਮੰਨਣਾ। ਜਦੋਂ ਇਹੋ ਜਿਹਾ ਕੋਈ ਸਮਾਂ ਬਣ ਜਾਂਦਾ ਸਾਧ ਸੰਗਤ ਜੀ, ਉਸ ਵੇਲੇ ਸਾਰਿਆਂ ਦਾ ਮਨ ਡੋਲ ਜਾਂਦਾ। ਜਵਾਨ ਪੁੱਤਰ ਦੀ ਮੌਤ ਵੇਖਣੀ ਬੜੀ ਔਖੀ ਹੈ, ਬਹੁਤ ਹੀ ਔਖੀ ਹੈ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਭਾਣਾ ਮੰਨਣ ਦੀ ਜਾਚ ਸਾਨੂੰ ਸਿਖਾਉਂਦੇ ਵੀ ਭਾਈ ਰਜਾ ਵਿੱਚ ਹੀ ਰਹਿਣਾ ਪੈਣਾ, ਹੁਣ ਹੋਰ ਕੁਝ ਹੋ ਨਹੀਂ ਸਕਦਾ, ਜਿਹਦੇ ਨਾਲ ਜ਼ੋਰ ਨਹੀਂ ਚੱਲਦਾ। ਉਹ ਐਸਾ ਵਾਹਿਗੁਰੂ ਦਾ ਹੁਕਮ ਹੈ, ਮੰਨਣਾ ਹੀ ਪੈਣਾ ਹੈ। ਸਭ ਕੋ ਧੀਰ ਦੀਨ ਹਿਤਵਾਈ। ਸਤਿਗੁਰੂ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ, ਪ੍ਰੇਮ ਨਾਲ ਭਾਈ ਬਾਣੀ ਪੜ੍ਹੋ, ਨਾਮ ਜਪੋ, ਭਾਣਾ ਮੰਨੋ। ਪੁਨ ਅੰਤਹ ਪਰਦਾਸ ਪਠਾਏ। ਬੀਬੀਆਂ ਮਹਿਲਾਂ ਵਿੱਚ ਰੋ ਰਹੀਆਂ ਸਨ। ਮਾਤਾ ਨਾਨਕੀ, ਮਾਤਾ ਮਾਂ ਦੇਵੀ, ਮਾਤਾ ਖੇਮ ਕੌਰ, ਮਾਤਾ ਗੁਜਰੀ, ਹੋਰ ਜਿਹੜੀਆਂ ਗੁਰੂ ਘਰ ਦੀਆਂ ਦਾਸੀਆਂ, ਸੇਵਾਦਾਰ, ਟਹਿਲਣਾ, ਨਗਰ ਦੀਆਂ, ਕੀਰਤਪੁਰ ਸਾਹਿਬ ਦੀਆਂ ਰਹਿਣ ਵਾਲੀਆਂ ਬੀਬੀਆਂ, ਬਹੁਤ ਸਾਰਾ ਪਿੰਡ, ਸਾਰਾ ਨਗਰ ਇਕੱਠਾ ਹੋਇਆ ਸੀਗਾ। ਬਹੁਤ ਜ਼ਿਆਦਾ ਰੋਣ ਕੁਰਲਾਣ ਕਰ ਰਹੀਆਂ ਸਨ। ਉਹਨਾਂ ਸਾਰੀਆਂ ਬੀਬੀਆਂ ਨੂੰ ਮਹਾਰਾਜ ਨੇ ਚੁੱਪ ਕਰਾਉਣ ਵਾਸਤੇ ਸੇਵਾਦਾਰ ਨੂੰ ਕਹਿ ਕੇ ਭੇਜਿਆ ਹੈ, ਉੱਚੇ ਰੋਦਤ ਸਕਲ ਹਟਾਏ। ਬਈ ਰੋਣਾ ਬੰਦ ਕਰੋ। ਰੋਣ ਨਾਲ ਕੀ ਹੋ ਜਾਂਦਾ? ਕਬੀਰ ਸੰਤ ਮੂਏ ਕਿਆ ਰੋਈਆ, ਜੋ ਆਪਣੇ ਗ੍ਰਹਿ ਜਾਏ। ਬਾਬਾ ਗੁਰਦਿੱਤਾ ਜੀ ਪਰਮੇਸ਼ਰ ਦੇ ਕੋਲ ਗਏ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਗਏ ਹਨ। ਉਹਨਾਂ ਨੂੰ ਰੋਵੋ ਨਾ, ਬਲਕਿ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨੋ। ਮਾਨੋ ਹਿਤ ਕਰ ਪ੍ਰਭ ਕਾ ਭਾਣਾ। ਹਿਤ ਕਰਕੇ ਪ੍ਰੇਮ ਨਾਲ ਵਾਹਿਗੁਰੂ ਦਾ ਭਾਣਾ ਮੰਨੋ, ਇਹਦੇ 'ਚ ਸਾਡਾ ਸਾਰਿਆਂ ਦਾ ਭਲਾ ਹੈ। ਜਿਸ ਅਧੀਨ ਸਭ ਆਵਣ ਜਾਣਾ। ਉਹਦੇ ਹੁਕਮ ਵਿੱਚ ਹੀ ਆਉਣਾ ਜਾਣਾ। ਹੁਕਮੇ ਜੰਮਣ ਹੁਕਮੇ ਮਰਨਾ, ਉਹਦੇ ਅਧੀਨ ਹੈ ਨਾ ਸਾਰਾ ਕੁਛ। ਆਉਣਾ ਵੀ ਉਹਦੇ ਹੁਕਮ 'ਚ, ਜਾਣਾ ਵੀ ਉਹਦੇ ਹੁਕਮ ਵਿੱਚ ਹੈ। ਪੁਨ ਸਗਰੇ ਸੰਬੰਧਨ ਪਾਸ। ਫਿਰ ਸਾਰੇ ਸੰਬੰਧੀਆਂ ਨੂੰ, ਜਿਹੜੇ ਗੁਰੂ ਘਰ ਦੇ ਰਿਸ਼ਤੇਦਾਰ ਜਾਂ ਸੰਗਤਾਂ ਦੇ ਮੁਖੀ ਸਿੱਖ ਮਸੰਦ ਸਨ, ਗੁਰੂ ਸਾਹਿਬ ਨੇ ਖਬਰ ਭੇਜਣ ਵਾਸਤੇ ਹੁਕਮਨਾਮੇ ਲਿਖਵਾਏ ਹਨ। ਸੁਧ ਭੇਜੀ ਤੂਰਨ ਗਨਦਾਸ। ਸੇਵਾਦਾਰ ਭੇਜ ਦਿੱਤੇ, ਬਹੁਤ ਸਿੱਖਾਂ ਨੂੰ ਭੇਜ ਦਿੱਤਾ। ਵੱਖਰੇ ਵੱਖਰੇ ਪਾਸੇ, ਵੱਖਰੇ ਵੱਖਰੇ ਪਿੰਡਾਂ ਵਿੱਚ ਖਬਰ ਪਹੁੰਚਾਉਣੀ, ਸ਼ਹਿਰਾਂ ਵਿੱਚ ਖਬਰ ਪਹੁੰਚਾਉਣੀ ਹੈ। ਖਾਸ ਕਰਕੇ ਮਾਝੇ ਦੇ ਇਲਾਕੇ ਵਿੱਚ, ਕਿਉਂਕਿ ਜਿਹੜਾ ਕੀਰਤਪੁਰ ਸਾਹਿਬ ਹੈ ਇਹ ਪੁਆਧ ਦੇ ਵਿੱਚ ਹੈ। ਅਨੰਦਪੁਰ ਸਾਹਿਬ ਤੋਂ ਲੈ ਕੇ ਇਹ ਸਾਧ ਸੰਗਤ ਜੀ ਚਮਕੌਰ ਸਾਹਿਬ ਅਤੇ ਲੁਧਿਆਣੇ ਦੇ ਥੱਲੇ ਥੱਲੇ ਪਟਿਆਲਾ, ਅੰਬਾਲਾ, ਚੰਡੀਗੜ੍ਹ, ਇਹਨੂੰ
ਜਮਨਾ ਨਗਰ ਜਗਾਦਰੀ ਤੱਕ ਸਮਝ ਲਓ ਵੀ ਇਹਨੂੰ ਪੁਆਧ ਕਹਿੰਦੇ। ਜਿਵੇਂ ਇੱਕ ਮਾਝਾ ਹੈ, ਇੱਕ ਮਾਲਵਾ ਹੈ, ਇੱਕ ਦੁਆਬਾ ਹੈ, ਇੱਕ ਪੁਆਧ ਹੈ। ਇਹ ਪੰਜਾਬ ਦੇ ਵਿੱਚੋਂ ਅੱਜ ਅੱਧਾ ਕੁ ਹਿੱਸਾ ਪੰਜਾਬ 'ਚ ਰਹਿ ਗਿਆ ਪੁਆਧ ਦਾ, ਅਤੇ ਅੱਧਾ ਕੁ ਹਰਿਆਣੇ ਵਿੱਚ ਚਲਾ ਗਿਆ। ਵੈਸੇ ਇਸ ਦੇਸ਼ ਦਾ ਨਾਮ ਪੁਆਧ ਹੈ। ਸੋ ਪੁਆਧ ਵਿੱਚ ਕੀਰਤਪੁਰ ਸਾਹਿਬ ਸੀ। ਉਸ ਤੋਂ ਅੱਗੇ ਸਾਧ ਸੰਗਤ ਜੀ ਫਿਰ ਦੁਆਬਾ ਸ਼ੁਰੂ ਹੋ ਜਾਂਦਾ ਹੈ, ਉੱਧਰੋਂ ਦਰਿਆ ਟੱਪ ਕੇ। ਉਸ ਤੋਂ ਪਰੇ ਫਿਰ ਮਾਝਾ। ਜ਼ਿਆਦਾਤਰ ਰਿਸ਼ਤੇਦਾਰੀਆਂ ਮਾਝੇ ਵਿੱਚ ਸਨ, ਜਾ ਕੇ ਬਾਰ ਵਿੱਚ ਸਨ। ਸਭ ਥਾਵਾਂ 'ਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਸੰਗਤਾਂ ਨੂੰ ਖਬਰ ਭੇਜ ਦਿੱਤੀ ਹੈ। ਧੀਰ ਮਲ ਢਿੱਗ ਪ੍ਰਥਮ ਪਠਾਇਓ। ਸਭ ਤੋਂ ਪਹਿਲਾਂ ਖਬਰ ਬਾਬਾ ਧੀਰਮਲ ਜੀ ਕੋ ਭੇਜੀ ਹੈ, ਕਿਉਂਕਿ ਉਹ ਵੱਡੇ ਸਾਹਿਬਜ਼ਾਦੇ ਸਨ, ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਸਨ। ਉਹਨਾਂ ਨੂੰ ਭੇਜੀ ਹੈ ਵੀ ਤੁਹਾਡੇ ਪਿਤਾ ਜੀ ਚੜ੍ਹਾਈ ਕਰ ਗਏ ਹਨ। ਬਿਰਧ ਸਾਹਿਬ ਕੇ ਸਦਨ ਪਹੁੰਚਾਇਓ। ਦੂਜੀ ਖਬਰ ਬਾਬਾ ਬੁੱਢਾ ਸਾਹਿਬ ਦੇ ਪਰਿਵਾਰ ਨੂੰ ਭੇਜੀ ਹੈ। ਰਮਦਾਸ ਪਿੰਡ ਵਿੱਚ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ, ਉਹਨਾਂ ਦੇ ਪੁੱਤਰ ਭਾਈ ਝੰਡਾ ਜੀ, ਝੰਡਾ ਜੀ ਦੇ ਗਾਂਹ ਫਿਰ ਪੁੱਤਰ ਭਾਈ ਸਰਵਣ ਜੀ, ਫਿਰ ਜਲਾਲ ਜੀ ਆਦਿਕ ਹੋਏ ਨੇ। ਇਹ ਬਹੁਤ ਵੱਡਾ ਪਰਿਵਾਰ ਸੀ। ਉਹਨਾਂ ਨੂੰ ਵੀ ਬਾਬੇ ਬੁੱਢੇ ਦੇ ਪਰਿਵਾਰ ਨੂੰ ਵੀ ਖਬਰ ਭੇਜੀ ਹੈ। ਰਾਏ ਜੋਧ ਰੂਪੇ ਟਿਕ ਗਇਓ। ਔਰ ਸਾਧ ਸੰਗਤ ਜੀ ਇੱਧਰ ਮਾਲਵੇ ਦੇ ਵਿੱਚ ਬਠਿੰਡੇ ਦੇ ਇਲਾਕੇ 'ਚ ਭਾਈ ਰੂਪਾ ਜੀ, ਭਾਈ ਰਾਏ ਜੋਧ ਦੀਨੇ ਕਾਂਗੜ ਦਾ ਰਾਜਾ, ਉਹਨਾਂ ਕੋਲ ਵੀ ਖਬਰ ਭੇਜੀ ਹੈ। ਆਦ ਬਟਾਲੇ ਕਹਿ ਕਰ ਦਇਓ। ਤੇ ਬਟਾਲਾ ਸ਼ਹਿਰ ਅੱਜ ਜਿਹੜਾ ਹੈ, ਉਹ ਬਟਾਲੇ ਦੇ ਵਿੱਚ ਬਾਬੇ ਗੁਰਦਿੱਤੇ ਦੇ ਸਹੁਰੇ ਹਨ। ਉੱਥੇ ਬਟਾਲੇ ਵੀ ਖਬਰ ਪਹੁੰਚੀ ਹੈ ਬਈ ਬਾਬਾ ਗੁਰਦਿੱਤਾ ਜੀ ਚੜ੍ਹਾਈ ਕਰਕੇ ਜੋਤੀ ਜੋਤ ਸਮਾ ਗਏ ਨੇ, ਤੇ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਵੀ ਦੁੱਖ ਦੀ ਖਬਰ ਮਿਲੀ ਹੈ। ਸ਼੍ਰੀ ਕਰਤਾਰਪੁਰੇ ਮਹਿ ਜਾਏ। ਔਰ ਕਰਤਾਰਪੁਰ ਜਲੰਧਰ, ਜਿੱਥੇ ਬਾਬਾ ਧੀਰਮਲ ਜੀ ਰਹਿੰਦੇ, ਉਹਨਾਂ ਕੋਲ ਜਦੋਂ ਸੇਵਾਦਾਰ ਪਹੁੰਚਿਆ ਹੈ, ਧੀਰ ਮਲ ਕੋ ਕਹੀ ਸੁਣਾਏ। ਧੀਰਮਲ ਨੂੰ ਜਾ ਕੇ ਇਹ ਦੁੱਖ ਦੀ ਖਬਰ ਸੁਣਾਈ ਹੈ ਵੀ ਤੁਹਾਡੇ ਪਿਤਾ ਜੀ ਚੜ੍ਹਾਈ ਕਰ ਗਏ ਹਨ। ਸ਼੍ਰੀ ਗੁਰਦਿੱਤਾ ਜੋਤ ਸਮਾਇਓ। ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾ ਗਏ ਹਨ। ਸਤਿਗੁਰ ਤੁਮ ਕੋ ਬੋਲ ਪਠਾਇਓ। ਤੇ ਬਾਬਾ ਧੀਰਮਲ ਜੀ, ਤੁਹਾਨੂੰ ਤੁਹਾਡੇ ਦਾਦਾ ਜੀ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਯਾਦ ਕੀਤਾ। ਬਹੁਤ ਵੱਡਾ ਦੁੱਖ ਦਾ ਸਮਾਂ ਆਇਆ ਆਪਣੇ ਘਰ 'ਤੇ। ਇਹ ਬੜੀ ਵੱਡੀ, ਬਹੁਤ ਵੱਡੀ ਮੁਸੀਬਤ ਦਾ ਸਮਾਂ ਹੈ, ਤੇ ਤੁਸੀਂ ਛੇਤੀ ਨਾਲ ਹੁਣ ਕੀਰਤਪੁਰ ਸਾਹਿਬ ਚੱਲੋ। ਜੇਸ਼ਟ ਪੁੱਤਰ ਚਲੋ ਤਤਕਾਲ। ਕਿਉਂਕਿ ਤੁਸੀਂ ਵੱਡੇ ਹੋ ਗੁਰੂ ਘਰ ਵਿੱਚ, ਗੁਰੂ ਹਰਗੋਬਿੰਦ ਸਾਹਿਬ ਦੇ ਪਰਿਵਾਰ ਵਿੱਚ। ਬਾਬਾ ਗੁਰਦਿੱਤਾ ਜੀ ਵੱਡੇ ਸਨ, ਅੱਗੇ ਉਹਨਾਂ ਦੇ ਵੱਡੇ ਪੁੱਤਰ ਤੁਸੀਂ ਹੋ। ਤੁਹਾਨੂੰ ਜਾਣਾ ਬਣਦਾ ਹੈ, ਛੇਤੀ ਚੱਲੋ। ਤੁਮਕੋ ਉਚਿਤ ਕਿਰਿਆ ਸਭ ਢਾਲ। ਤੁਸੀਂ ਆਪਣੇ ਹੱਥੀਂ ਆਪਣੇ ਪਿਤਾ ਦੀ ਸਾਰੀ ਕਿਰਿਆ ਕਰੋ ਜਾ ਕੇ। ਭੋਗ ਦੀ ਜਿਹੜੀ ਮਰਜ਼ਾਦਾ ਹੈ ਉਹ ਤੁਸੀਂ ਚੱਲ ਕੇ ਕਰਵਾਉਣੀ ਹੈ। ਲੈ ਕਰ ਚਲੋ ਗ੍ਰੰਥ ਨਿਜ ਸਾਥ। ਤੇ ਮਹਾਰਾਜ ਨੇ ਕਿਹਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾਲ ਲੈ ਕੇ ਆਉਣਾ ਹੈ। ਪਾਠ ਕਰਾਵਨ ਚਾਹਤ ਨਾਥ। ਬਾਬਾ ਗੁਰਦਿੱਤਾ ਜੀ ਦੇ ਨਿਮਿਤ ਗੁਰੂ ਸਾਹਿਬ ਜੀ ਪਾਠ ਕਰਾਉਣਾ ਚਾਹੁੰਦੇ ਨੇ। ਉਹ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਹੀ ਹੋਣਾ ਹੈ। ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ। ਬਾਬਾ ਜੀ ਭਾਈ ਗੁਰਦਾਸ ਜੀ ਦੇ ਹੱਥ ਦਾ ਲਿਖਿਆ ਹੋਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਲਾ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਕੇ ਚੱਲੋ। ਬਿਲਮ ਨ ਧਰੋ ਗੁਰੂ ਫਰਮਾਇਓ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਦੇਰ ਨਹੀਂ ਕਰਨੀ, ਛੇਤੀ ਤੋਂ ਛੇਤੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਆ ਜਾਓ। ਤੇ ਆਉਂਦਿਆਂ ਸਾਰੀ ਪਾਠ ਰੱਖ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਨਾ ਤੇ ਫਿਰ ਭੋਗ ਪਾਉਣਾ ਹੈ। ਇਮ ਸੇਵਕ ਸਭ ਹੁਕਮ ਸੁਨਾਇਓ। ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਇਹਦੇ ਜੋਤੀ ਜੋਤ ਸਮਾਉਣ ਦੀ ਸਾਰੀ ਗੱਲ ਸੇਵਾਦਾਰ ਨੇ ਬਾਬਾ ਧੀਰਮਲ ਜੀ ਨੂੰ ਸੁਣਾਈ ਹੈ। ਧੀਰਮਲ ਤਬ ਹਿਰਦੈ ਵਿਚਾਰੀ। ਬਾਬਾ ਧੀਰਮਲ ਦੇ ਮਨ 'ਚ ਮੁੱਢ ਤੋਂ ਹੀ ਖੁਟਿਆਈ ਸੀ। ਕਈ ਸਾਧ ਸੰਗਤ ਜੀ ਰੂਹਾਂ ਇਹੋ ਜਿਹੀਆਂ ਹੁੰਦੀਆਂ ਜਨਮ ਤੋਂ ਹੀ, ਜਿੰਨਾ ਮਰਜ਼ੀ ਘਿਓ 'ਚ ਰੱਖੋ ਫਿਰ ਵੀ ਸੁੱਕੇ ਦੇ ਸੁੱਕੇ ਹੀ ਰਹਿੰਦੇ। ਉਹ ਇੱਦਾਂ ਦਾ ਸੁਭਾਅ ਸੀ ਧੀਰਮਲ ਦਾ, ਮਨ ਵਿੱਚ ਖੁਟਿਆਈ ਜਾਂਦੀ ਕੋਈ ਨਹੀਂ। ਉਹ ਉਸ ਤਰ੍ਹਾਂ ਹੀ ਫਿਰ ਸੋਚਣ ਲੱਗ ਪਿਆ
ਪਿਤ ਪਹੁੰਚਿਓ ਪਰਲੋਕ ਮਝਾਰੀ। ਕਹਿੰਦੇ ਮੇਰਾ ਪਿਤਾ ਚੜ੍ਹਾਈ ਕਰ ਗਿਆ, ਮੇਰੇ ਪਿਤਾ ਜੀ ਗੁਜ਼ਰ ਗਏ, ਪਰਲੋਕ ਚਲੇ ਗਏ ਨੇ। ਕੋ ਕਾਰਨ ਭਾਵ ਬੂਝਿਓ ਦਾਸ। ਸੇਵਾਦਾਰ ਨੂੰ ਪੁੱਛਦਾ ਕੀ ਕਾਰਨ ਬਣਿਆ, ਪਿਤਾ ਜੀ ਬਿਮਾਰ ਹੋਏ ਸੀ ਜਾਂ ਪਿਤਾ ਜੀ ਨੂੰ ਕੋਈ ਸੱਟ ਫੇਟ ਲੱਗੀ ਹੈ, ਕਾਰਨ ਕੀ ਹੋਇਆ ਉਹਨਾਂ ਦੇ ਚੜ੍ਹਾਈ ਕਰਨ ਦਾ। ਸੰਕਟ ਕੌਣ ਭਇਓ ਤਨ ਤਾਸ। ਉਹਨਾਂ ਨੂੰ ਕੀ ਸੰਕਟ ਹੋਇਆ, ਕਿਉਂਕਿ ਬਿਮਾਰੀ ਜਾਂ ਕੋਈ ਰੋਗ ਜਾਂ ਕੋਈ ਸੱਟ ਫੇਟ ਲੱਗੇ ਤੇ ਸਰੀਰ ਛੁੱਟਦਾ ਹੈ। ਕਹਾਂ ਅਚਾਨਕ ਤਜਿਓ ਸਰੀਰ। ਅਚਾਨਕ ਸਰੀਰ ਛੱਡ ਗਏ ਨੇ। ਭਈ ਕੌਲ ਐਸੀ ਤਨ ਪੀਰ। ਇਹੋ ਜੀ ਕਿਹੜੀ ਪੀੜਾ ਵਿਆਪੀ ਉਹਨਾਂ ਨੂੰ। ਤਬ ਪ੍ਰਸੰਗ ਸਭ ਦਾਸ ਸੁਨਾਇਓ। ਸੇਵਾਦਾਰ ਨੇ ਆਖਿਆ ਵੀ ਉਹਨਾਂ ਨੂੰ ਕੁਛ ਨਹੀਂ ਹੋਇਆ, ਉਹਨਾਂ ਨੇ ਮਰੀ ਹੋਈ ਗਾਂ ਜਿੰਦਾ ਕਰ ਦਿੱਤੀ ਸੀ ਤੇ ਮਹਾਰਾਜ 6ਵੇਂ ਪਾਤਸ਼ਾਹ ਨਾਰਾਜ਼ ਹੋ ਗਏ ਵੀ ਤੁਸੀਂ ਪਰਮੇਸ਼ਰ ਦਾ ਭਾਣਾ ਮੋੜ ਦਿੱਤਾ ਹੈ। ਇਸ ਕਰਕੇ ਫਿਰ ਬਾਬਾ ਗੁਰਦਿੱਤਾ ਜੀ ਪਿਤਾ ਦਾ ਹੁਕਮ ਮੰਨ ਕੇ ਜੋਤੀ ਜੋਤ ਸਮਾ ਗਏ ਨੇ। ਤੈਨ ਜਵਾਏ ਸਦਨ ਕੋ ਆਇਓ। ਮਰੀ ਹੋਈ ਗਊ ਜਿੰਦਾ ਕਰਕੇ ਘਰ ਆਏ ਸੀ ਤੇ ਸਤਿਗੁਰੂ ਜੀ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਕਿਹਾ ਵੀ ਤੁਸੀਂ ਵਾਹਿਗੁਰੂ ਦਾ ਭਾਣਾ ਮੋੜਿਆ ਹੈ। ਸੁਨੇ ਭਨੇ ਕੁਛ ਗੁਰ ਸੋ ਬੈਨ। ਤੇ ਕੁਝ ਬਚਨ ਮਹਾਰਾਜ ਨਾਲ ਹੋਏ 6ਵੇਂ ਪਾਤਸ਼ਾਹ ਜੀ ਨਾਲ। ਤਤ ਛਨ ਗਮਨਿਓ ਤਜ ਕਰ ਐਨ। ਤੇ ਘਰ ਛੱਡ ਕੇ ਆਪ ਜੀ ਪਹਾੜੀ ਤੇ ਚਲੇ ਗਏ। ਅਲਪ ਸੈਲ ਪਰ ਚੜ ਕਰ ਥਿਰੇ। ਛੋਟੀ ਜੀ ਪਹਾੜੀ ਹੈ ਕੀਰਤਪੁਰ, ਜਿਹਦੇ ਉੱਤੇ ਜਾ ਕੇ ਲੰਮੇ ਪੈ ਗਏ। ਆਸ ਤਰਨ ਕੁਛ ਕੇ ਪਰ ਪਰੇ। ਕੁਸ਼ਾ ਦਾ ਆਸਣ ਵਿਛਾਇਆ ਤੇ ਉੱਤੇ ਪੈ ਗਏ। ਤਨ ਕੋ ਤਿਆਗ ਗਏ ਪਰਲੋਕ। ਔਰ ਆਪਣਾ ਚੋਲਾ ਛੱਡ ਕੇ ਪਰਲੋਕ ਗਮਨ ਕਰ ਗਏ। ਸਨਤ ਸਬਨ ਕੇ ਉਪਜਿਓ ਸ਼ੋਕ। ਉਹਨਾਂ ਦੀ ਖਬਰ ਜਦੋਂ ਸਾਰਿਆਂ ਨੂੰ ਮਿਲੀ ਤੇ ਬੜਾ ਸਾਰੇ ਪਾਸੇ ਕੁਰਲਾਟ ਮਚ ਗਿਆ, ਬੜੇ ਦੁਖੀ ਹੋਏ। ਧੀਰ ਮਲ ਤਬ ਸੁਨਤ ਬਖਾਨੀ। ਸੇਵਾਦਾਰ ਕੋਲੋਂ ਇਹ ਗੱਲ ਸੁਣ ਕੇ ਧੀਰ ਮਲ ਬੋਲਿਆ, ਗੁਰ ਕੀ ਗਤ ਮੈਂ ਪੂਰਬ ਜਾਨੀ। ਕਹਿੰਦਾ ਮੈਂ ਜਾਣਦਾ ਆ ਦਾਦਾ ਜੀ ਦਾ ਸੁਭਾਅ ਹੀ ਇਦਾਂ ਦਾ ਹੈ। ਸੁਤ ਪੌਤਰਨ ਕੋ ਮੋਹ ਨ ਲੇਸ਼। ਪੁੱਤਰਾਂ ਦਾ ਤੇ ਪੋਤਿਆਂ ਦਾ ਮੋਹ ਕਰਦੇ ਹੀ ਨਹੀਂ। ਮੈਨੂੰ ਤੇ ਕਦੀ ਪਿਆਰ ਨਾਲ ਦੇਖਿਆ ਹੀ ਨਹੀਂ ਉਹਨਾਂ ਨੇ। ਜਿਉ ਮਨ ਭਾਵਤ ਕਰਤ ਅਸ਼ੇਸ਼। ਆਪਣੀ ਮਰਜ਼ੀ ਕਰਦੇ ਨੇ, ਬੱਚਿਆਂ ਦਾ ਖਿਆਲ ਨਹੀਂ ਕਰਦੇ। ਅਟਲ ਰਾਏ ਕੋ ਤਿਮ ਤਨ ਤਿਆਗਾ। ਹਾਂ, ਅਟਲ ਰਾਏ ਚਾਚਾ ਜੀ ਵੀ ਤਾਂ ਕਹਿੰਦੇ ਇਵੇਂ ਹੀ ਗੁਜ਼ਰੇ ਸੀਗੇ। ਜਿਵੇਂ ਚਾਚਾ ਮੇਰਾ ਮਾਰਿਆ ਸੀਗਾ ਉਵੇਂ ਮੇਰਾ ਬਾਪੂ ਮਾਰਤਾ ਹੈ। ਇਹ ਅਨੁਰਾਗ ਬਿਲੰਬ ਨ ਲਾਗਾ। ਹਾਂ, ਇਹਨਾਂ ਨੂੰ ਕੋਈ ਦੁੱਖ ਹੀ ਕੋਈ ਨਹੀਂ ਪੁੱਤਰਾਂ ਦਾ, ਪੁੱਤਰਾਂ ਨੂੰ ਸਮਝਦੇ ਕੁਛ ਨਹੀਂ, ਮੋਹ ਹੀ ਨਹੀਂ ਇਹਨਾਂ ਦੇ ਮਨ ਵਿੱਚ। ਮੋਸੋ ਰਹਾ ਸਦਾ ਰੁਖ ਫੇਰੇ। ਮੇਰੇ ਨਾਲ ਤਾਂ ਨਾਰਾਜ਼ ਹੀ ਰਹਿੰਦੇ ਨੇ, ਮੇਰੇ ਨਾਲ ਤਾਂ ਕਦੀ ਸਿੱਧੇ ਮੂੰਹ ਨਾਲ ਗੱਲ ਨਹੀਂ ਕੀਤੀ। ਨਿਜ ਬੁੱਧ ਬਲ ਤੇ ਫਲ ਬਿਦ ਹੇਰੇ। ਹਾਂ, ਮੈਂ ਚੰਗੀ ਤਰ੍ਹਾਂ ਆਪਣੀ ਬੁੱਧੀ ਦੇ ਬਲ ਨਾਲ ਦੇਖਿਆ ਹੋਇਆ ਵੀ ਮੇਰੇ ਨਾਲ ਦਾਦਾ ਜੀ ਸਿੱਧੇ ਮੂੰਹ ਗੱਲ ਨਹੀਂ ਕਰਦੇ। ਰਹਾ ਸੰਗ ਤੋ ਨਹਿ ਕਲਿਆਣ। ਮੈਂ ਇਹਨਾਂ ਨਾਲ ਜੇ ਰਵਾਂਗਾ ਤਾਂ ਮੇਰਾ ਭਲਾ ਕੋਈ ਨਹੀਂ। ਮੈਂ ਇਸੇ ਕਰਕੇ ਇੱਥੇ ਰਹਿ ਗਿਆ। ਮੈਨੂੰ ਪਤਾ ਵੀ ਮੈਨੂੰ ਜਦੋਂ ਬੁਲਾਣਾ ਹੀ ਨਹੀਂ ਚੱਜ ਨਾਲ ਤੇ ਮੈਂ ਫਿਰ ਉੱਥੇ ਕੀ ਲੈਣ ਜਾਣਾ ਹੈ। ਜਾਂ ਤੇ ਤਿਆਗ ਰਹਿਓ ਇਸ ਥਾਨ। ਇਸ ਕਰਕੇ ਮੈਂ ਇੱਥੇ ਕਰਤਾਰਪੁਰ 'ਚ ਰਹਿ ਗਿਆ, ਨਾਲ ਨਹੀਂ ਗਿਆ ਦਾਦਾ ਜੀ ਦੇ। ਪਿਤਾ ਹਮਾਰੇ ਜੰਗ ਮਝਾਰ। ਸਾਡੇ ਪਿਤਾ ਜੀ ਬਾਬਾ ਗੁਰਦਿੱਤਾ ਜੀ ਨੇ ਵੇਖੋ ਜੰਗ ਦੇ ਵਿੱਚ ਕੋਈ ਕਸਰ ਛੱਡੀ ਹੈ। ਦੁਸ਼ਮਣਾਂ ਨਾਲ ਲੜੇ ਨੇ, ਉਸਮਾਨ ਖਾਨ ਨੂੰ ਮਾਰਿਆ ਹੈ ਹੱਥ ਸ਼ਤਰੁਨ ਨਿਤ ਰਹਿ ਅਨੁਸਾਰ। ਤੇ ਹੁਕਮ ਮੰਨਿਆ ਆਪਣੇ ਪਿਤਾ ਦਾ। ਗੁਰੂ ਸਾਹਿਬ ਜੀ ਦੇ ਹੁਕਮ ਤੋਂ ਬਾਹਰ ਕਦੀ ਵੀ ਨਹੀਂ ਗਏ ਬਾਬਾ ਗੁਰਦਿੱਤਾ ਜੀ। ਅਵਗੁਣ ਕੌਣ ਹੋਤੋ ਤਿਨ ਮਾਹੀ। ਮੇਰੇ ਪਿਤਾ ਜੀ ਬਾਬੇ ਗੁਰਦਿੱਤੇ ਜੀ ਕਿਹੜਾ ਔਗਣ ਵੇਖਿਆ ਹੈ, ਕਿਹੜੀ ਉਹਨਾਂ 'ਚ ਕਮੀ ਸੀ ਕੋਈ। ਜਗ ਮੈਂ ਜੀਵਨ ਦਿਓ ਜੋ ਨਾਹੀ। ਉਹਨਾਂ ਨੂੰ ਵੀ ਨਹੀਂ ਜੀਣ ਦਿੱਤਾ, ਕਹਿੰਦੇ ਉਹਨਾਂ ਨੂੰ ਵੀ ਮਾਰ ਛੱਡਿਆ ਹੈ। ਤੇਨ ਜਵਾਏ ਪੁਨ ਕੋ ਠਾਨਾ। ਮੇਰੇ ਪਿਓ ਨੇ ਗਾਂ ਜਵਾ ਕੇ ਪਾਪ ਥੋੜਾ ਕੀਤਾ ਸੀ। ਗਾਂ ਜਵਾਣੀ ਕੋਈ ਪਾਪ ਹੁੰਦੀ ਹੈ? ਗਾਂ ਨੂੰ ਜਿੰਦਾ ਕਰਨਾ ਤੇ ਬੜਾ ਵੱਡਾ ਪੁੰਨ ਹੁੰਦਾ। ਬਾਪੂ ਜੀ ਨੇ ਪੁੰਨ ਕੀਤਾ ਸੀ। ਤਿਨ ਹੋ ਜਾਣਤ ਜਵਾਏ ਪ੍ਰਾਨਾ। ਤੇ ਉਹਨਾਂ ਨੂੰ ਮਰਵਾਤਾ, ਕਹਿੰਦੇ ਵੀ ਛੱਡੋ, ਸਰੀਰ ਛੱਡੋ। ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਦਾਦਾ ਜੀ ਨੂੰ। ਮੇਰੇ ਪਿਤਾ ਨੂੰ ਉਹਨਾਂ ਨੇ ਮਰਵਾ ਦਿੱਤਾ ਹੈ। ਮੈਂ ਅਬ ਜਾਓ ਕਹਾਂ ਇਹ ਜੋਗ। ਮੈਂ ਹੁਣ ਉੱਥੇ ਕੀ ਲੈਣ ਜਾਣਾ? ਜਿਹੜੇ ਮੇਰੇ ਪਿਓ ਦੇ ਨਹੀਂ ਬਣੇ, ਆਪਣੇ ਪੁੱਤਰ ਦੇ ਨਹੀਂ ਬਣੇ, ਪੋਤੇ ਦੇ ਕਿੱਥੇ ਬਣਨਗੇ ਉਹ? ਹਾਂਜੀ, ਕਹਾਂ ਕਹੇਗੇ ਪਿਖ ਸਭ ਲੋਗ। ਲੋਕ ਕੀ ਕਹਿਣਗੇ? ਲੋਕ ਕਹਿਣਗੇ ਜਿਨ੍ਹਾਂ ਨੇ ਪਿਓ ਮਾਰਿਆ ਉਹਦੇ ਕੋਲ ਚਲੇ ਗਏ ਨੇ। ਜਿਨਹੁ ਬਾਕ ਕਹਿ ਮਮ ਪਿਤ ਹਤਿਓ। ਜਿਨ੍ਹਾਂ ਨੇ ਬਚਨ ਕਹਿ ਕੇ ਮੇਰਾ ਪਿਓ ਮਰਵਾਤਾ ਹੈ। ਮੋ ਸੰਗ ਕਹਾ ਭਲੋ ਅਬ ਚਿਤਿਓ। ਮੇਰੇ ਨਾਲ ਕਿਹੜਾ ਚੰਗਾ ਸੋਚਣਗੇ, ਮੇਰੇ ਬਾਰੇ ਕੀ ਸੋਚਣਗੇ? ਮੈਨੂੰ ਵੀ ਮਰਵਾਣਗੇ ਹੀ, ਹੋਰ ਕੀ ਹੈ। ਲੜਤ ਸ਼ਾਹ ਸੋ ਸਕਲ ਬਿਗਾਰਾ। ਹਾਂ, ਬਾਦਸ਼ਾਹ ਨਾਲ ਅੱਗੇ ਵਿਗਾੜ ਪਾਈ ਬੈਠੇ ਨੇ। ਬਾਦਸ਼ਾਹ ਨਾਲ 4 ਲੜਾਈਆਂ ਕੀਤੀਆਂ ਨੇ, ਬਾਦਸ਼ਾਹ ਨਾਲ ਸੁਲਹ ਸਫਾਈ ਰੱਖੀ ਨਹੀਂ। ਭਲਾ ਸਰਕਾਰ ਨਾਲ ਵੀ ਕੋਈ ਵਿਗਾੜਦਾ?
ਬਾਦਸ਼ਾਹ ਨਾਲ ਵਿਗਾੜ ਪਾਇਆ ਹੋਇਆ ਹੈ। ਲੱਖ ਲਸ਼ਕਰ ਤੁਰਕਨ ਮਾਰਾ, ਲੱਖਾਂ ਫੌਜਾਂ ਮਾਰਤੀਆਂ ਬਾਦਸ਼ਾਹ ਦੀਆਂ। ਸ਼੍ਰੀ ਕਰਤਾਰਪੁਰਾ ਧਨ ਧਾਮ, ਤੇ ਆਹ ਕਰਤਾਰਪੁਰ ਗੁਰੂ ਰਾਮ ਮਹਾਰਾਜ ਦੀ, ਗੁਰੂ ਅਰਜਨ ਦੇਵ ਜੀ ਦੀ, ਮੇਰੇ ਪੜਦਾਦਾ ਜੀ ਦੀ ਨਗਰੀ ਹੈ। ਇੱਥੇ ਹਰ ਚੀਜ਼ ਦੀਆਂ ਸਹੂਲਤਾਂ ਨੇ। ਗੁਰੂ ਮਹਾਰਾਜ ਦਾ ਘਰ-ਬਾਰ ਬਣਿਆ ਹੋਇਆ ਪੰਜਵੇਂ ਪਾਤਸ਼ਾਹ ਜੀ ਦਾ। ਤਜ ਗਮਨੇ ਬਹੁ ਕਰ ਸੰਗਰਾਮ, ਇਹ ਵੀ ਛੱਡ ਕੇ ਚਲੇ ਗਏ ਨੇ। ਆਪਣਾ ਜੱਦੀ ਪੁਸਤੈਨੀ ਪਿੰਡ ਵੀ ਨਹੀਂ ਸਾਂਭਿਆ, ਇੱਥੋਂ ਵੀ ਤੁਰ ਗਏ ਨੇ। ਔਰ ਵਿਚਾਰ ਆਪਣੀ ਬੁੱਧ ਭਲੇ, ਮੈਂ ਤੇ ਆਪਣੀ ਸਿਆਣਪ ਵਰਤੀ, ਆਪਣੀ ਬੁੱਧੀ ਦੇ ਵਿਚਾਰ ਕਰਕੇ ਲਿਖ ਮੈਂ ਪਠਿਓ ਸ਼ਾਹ ਜਿਮ ਮਿਲੇ। ਮੈਂ ਬਾਦਸ਼ਾਹ ਨਾਲ ਸੰਧੀ ਕਰ ਲਈ ਹੈ। ਮੈਂ ਸਰਕਾਰ ਨਾਲ ਵਿਗਾੜੀ ਨਹੀਂ। ਦਾਦਾ ਜੀ ਨੇ ਤੇ ਵਿਗਾੜੀ ਸੀ ਨਾ, ਮੈਂ ਸਵਾਰ ਲਈ ਹੈ। ਹੋਤ ਉਪਾਦ ਅਨੇਕ ਪ੍ਰਕਾਰਾ, ਜੇ ਮੈਂ ਨਾ ਸਵਾਰਦਾ, ਮੈਂ ਬਾਦਸ਼ਾਹ ਨਾਲ ਗੱਲਬਾਤ ਨਾ ਕਰਦਾ, ਇੱਥੇ ਹੋਰ ਝਗੜੇ ਕਲੇਸ਼ ਉਪਾਧੀਆਂ ਹੋਣੀਆਂ ਸੀ। ਕਰੀ ਸੰਦ ਸਭ ਕਾਜ ਸਵਾਰਾ, ਮੈਂ ਆਪਣੀ ਸਿਆਣਪ ਨਾਲ ਵਿਗੜੀ ਸੁਧਾਰੀ ਹੈ। ਮੈਂ ਬਾਦਸ਼ਾਹ ਨਾਲ ਸੰਧੀ ਕਰਕੇ ਇਹ ਕਰਤਾਰਪੁਰ ਦੀ ਧਰਤੀ ਬਚਾ ਲਈ ਹੈ। ਨਤਪੁਰ ਬੜਨ ਵਸਾਏ ਵਜੇਤੋ, ਨਹੀਂ ਤੇ ਵੱਡਿਆਂ ਦਾ ਨਗਰ ਹੈ ਬਸਾਇਆ, ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ, ਮੇਰੇ ਪੜਦਾਦਾ ਜੀ ਦੀ ਨਗਰੀ ਹੈ। ਤੇ ਜੇ ਇਹ ਨਾ ਮੈਂ ਸਾਂਭਦਾ, ਪੁਸਤੈਨੀ ਆਪਣਾ ਨਗਰ ਨਾ ਸਾਂਭਦਾ, ਤੇ ਤੁਰਕਾਂ ਨੇ ਸਾੜ ਸੁੱਟ ਦੇਣਾ ਸੀ, ਇਹਨੂੰ ਉਜਾੜ ਦੇਣਾ ਸੀ। ਹਾਂਜੀ, ਤੁਰਕੇਸ਼ਰ ਅਪਨਾਏ ਸੋਲੇ ਤੋ, ਬਾਦਸ਼ਾਹ ਨੇ ਜ਼ਮੀਨ ਜ਼ਬਤ ਕਰ ਲੈਣੀ ਸੀ। ਸਰਕਾਰ ਜਿਹੜੀ ਹੈ ਉਹ ਕਿਸੇ ਜ਼ਮੀਨ ਨੂੰ ਜ਼ਬਤ ਵੀ ਕਰ ਸਕਦੀ ਹੈ, ਕਿਸੇ ਨਗਰ ਨੂੰ ਉਜਾੜ ਵੀ ਸਕਦੀ ਹੈ। ਤੇ ਬਾਦਸ਼ਾਹ ਮਾਲਕ ਹੈ ਹਿੰਦੁਸਤਾਨ ਦਾ। ਜੇ ਮੈਂ ਨਾ ਸੰਧੀ ਕਰਦਾ ਤੇ ਆਹ ਨਗਰ ਕਰਤਾਰਪੁਰ ਖਤਮ ਹੋ ਜਾਣਾ ਸੀ। ਸਭ ਧਨ ਧਾਮ ਨਗਰ ਕੋ ਰਾਖਾ, ਇਹ ਧਨ ਧਾਮ ਬਚਾ ਲਿਆ, ਘਰ-ਬਾਰ ਬਚਾ ਲਿਆ, ਪਿੰਡ ਬਚਾ ਲਿਆ। ਸਾਰੀ ਇਹ ਕਿੰਨੀ ਰੌਣਕ ਹੈ ਕਰਤਾਰਪੁਰ ਦੀ, ਇਹ ਸਾਰੀ ਮੈਂ ਬਚਾਈ ਹੈ। ਨਿਜ ਬੁੱਧ ਬਲ ਤੇ ਮੈਂ ਕਰ ਕੰਖ, ਆਪਣੀ ਬੁੱਧੀ ਦੇ ਬਲ ਨਾਲ ਮੈਂ ਬਚਾਇਆ ਕਰਤਾਰਪੁਰ ਨੂੰ। ਅਬ ਮੈਂ ਜਾਓ ਬਿਗਰ ਸਭ ਜਾਵੇ, ਜੇ ਮੈਂ ਹੁਣ ਜਾਵਾਂ ਕੀਰਤਪੁਰ ਸਾਹਿਬ, ਦਾਦਾ ਜੀ ਕੋਲ ਚਲਾ ਗਿਆ, ਸਰਕਾਰ ਨੇ ਕਹਿਣਾ ਪਹਿਲਾਂ ਤੇ ਸਾਡੇ ਨਾਲ ਸੰਧੀਆਂ ਕਰਦਾ ਸੀ, ਹੁਣ ਫਿਰ ਆਪਣੇ ਦਾਦੇ ਨਾਲ ਰਲ ਗਿਆ, ਫਿਰ ਕੰਮ ਵਿਗੜ ਜਾਣਾ। ਜਿਹੜੇ ਅਫਸਰ ਮੈਨੂੰ ਚੰਗਾ ਸਮਝਦੇ ਨੇ ਉਹ ਮੈਨੂੰ ਮਾੜਾ ਸਮਝਣਗੇ। ਗੁਰ ਟਿਗ ਤੇ ਕੁਛ ਹਾਥ ਨ ਆਵੇ, ਤੇ ਦਾਦੇ ਨੇ ਮੈਨੂੰ ਦੇਣਾ ਕੁਛ ਨਹੀਂ। ਉਹਨਾਂ ਦਾ ਮੈਨੂੰ ਪਤਾ ਹੀ ਹੈ, ਮੈਨੂੰ ਤਾਂ ਚੰਗੇ ਮੂੰਹ ਨਾਲ ਕਦੀ ਬੁਲਾਇਆ ਹੀ ਨਹੀਂ, ਕਦੀ ਮੈਨੂੰ ਗੋਦੀ 'ਚ ਨਹੀਂ ਬਿਠਾਇਆ, ਕਦੀ ਮੇਰੇ ਸਿਰ ਤੇ ਪਿਆਰ ਨਹੀਂ ਫੇਰਿਆ। ਮੈਨੂੰ ਤਾਂ ਉਹ ਚੰਗਾ ਸਮਝਦੇ ਨਹੀਂ। ਉੱਥੋਂ ਮੈਨੂੰ ਮਿਲਣਾ ਕੱਖ ਨਹੀਂ, ਜਿਹੜਾ ਮੈਨੂੰ ਮਿਲਿਆ ਹੋਇਆ ਉਹ ਮੇਰਾ ਚਲਾ ਜਾਣਾ ਹੈ। ਕੋ ਜਾਣੈ ਕਿਸ ਦਾ ਹੈ ਗਾਦੀ, ਕੀ ਪਤਾ ਗੱਦੀ ਕਿਹਨੂੰ ਦੇਣਗੇ, ਮੈਨੂੰ ਤਾਂ ਲੱਗਦਾ ਮੈਨੂੰ ਦੇਣੀ ਕੋਈ ਨਹੀਂ। ਲੈ ਹੈ ਕੌਣ ਕਰ ਹੈ ਮੁਦ ਸ਼ਾਦੀ, ਪਤਾ ਨਹੀਂ ਕਿਹਦੇ ਘਰ 'ਚ ਗੁਰਤਾ ਗੱਦੀ ਦੀ ਸ਼ਾਦੀ ਹੋਵੇਗੀ, ਖੁਸ਼ੀ ਆਵੇਗੀ। ਜਾਂ ਤੇ ਮੈਂ ਨਹਿ ਜੈ ਬੇਜੋਗ, ਇਸ ਕਰਕੇ ਮੇਰਾ ਉੱਥੇ ਕੀਰਤਪੁਰ ਸਾਹਿਬ ਜਾਣਾ ਯੋਗ ਨਹੀਂ ਬਣਦਾ। ਪ੍ਰਜ ਹੈ ਮੋਹਿ ਮੁਸਾਹਿਬ ਲੋਗ, ਮੈਨੂੰ ਸਰਕਾਰੀ ਬੰਦੇ ਰੋਕਦੇ ਹਨ। ਸਨਤ ਦਾਸ ਤੇ ਸਮਾਤਾ ਪਾਸ, ਜਦੋਂ ਇਹ ਗੱਲ ਦਾਸ ਨੇ, ਸੇਵਾਦਾਰ ਨੇ ਸੁਣੀ, ਉਹਦੀ ਮਾਤਾ ਕੋਲ ਗਿਆ ਵੀ ਇਹਦੀ ਮਾਂ ਨੂੰ ਸਮਝਾਉਂਦੇ ਆ ਵੀ ਉਹ ਚੱਲੇਗੀ। ਬਾਬੇ ਗੁਰਦਿੱਤੇ ਦੀ ਪਤਨੀ ਮਾਤਾ ਨੱਤੀ, ਉਹਦੇ ਕੋਲ ਗਏ। ਜਦੋਂ ਮਾਤਾ ਨੱਤੀ ਜੀ ਨੂੰ ਸਾਰੀ ਗੱਲ ਦੱਸੀ, ਉਹ ਵਿਚਾਰੀ ਬੜੀ ਦੁਖੀ ਹੋਈ, ਪਤੀ ਦਾ ਵਿਛੋੜਾ ਪੈ ਗਿਆ, ਰੋਈ ਕੁਰਲਾਈ ਬਹੁਤ। ਉਹਨੇ ਆਪਣੇ ਪੁੱਤਰ ਧੀਰਮਲ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਧੀਰਮਲ ਆਪਣੀ ਗੱਲ ਤੋਂ ਟਸ ਤੋਂ ਮਸ ਨਹੀਂ ਹੋਇਆ। ਕਹਿਣ ਲੱਗਾ, ਮਾਤਾ ਤੂੰ ਜਾਣਾ ਚਲੀ ਜਾ, ਪਰ ਮੈਂ ਨਹੀਂ ਕੀਰਤਪੁਰ ਜਾਣਾ। ਮੈਂ ਤਾਂ ਇੱਥੇ ਹੀ ਜਿਵੇਂ ਰਵਾਂਗਾ, ਨਾ ਮੈਂ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ। ਜੇ ਮੈਂ ਗੁਰੂ ਗ੍ਰੰਥ ਸਾਹਿਬ ਲੈ ਗਿਆ, ਉਹਨਾਂ ਨੇ ਉੱਥੇ ਰੱਖ ਲੈਣਾ, ਦੇਣਾ ਕੋਈ ਨਹੀਂ। ਹੁਣ ਤਾਂ ਗੁਰੂ ਗ੍ਰੰਥ ਸਾਹਿਬ ਮੇਰੇ ਕੋਲ, ਇਹਦੇ ਨਾਲ ਮੇਰੀ ਗੁਰਤਾ ਗੱਦੀ ਚੱਲਣੀ ਹੈ। ਜੇ ਗੁਰੂ ਗ੍ਰੰਥ ਸਾਹਿਬ ਇਹਨਾਂ ਨੇ ਰੱਖ ਲਿਆ, ਫਿਰ ਮੇਰੇ ਕੋਲ ਕੀ ਰਹਿਣਾ। ਇਸ ਤਰ੍ਹਾਂ ਧੀਰਮਲ ਨੇ ਸਾਧ ਸੰਗਤ ਜੀ ਸ੍ਰੀ ਕੀਰਤਪੁਰ ਸਾਹਿਬ ਜਾਣ ਤੋਂ ਸਾਫ਼ ਨਾ ਕੀਤੀ। ਪਰ ਮਾਤਾ ਨੱਤੀ ਤਾਂ ਆਪਣੇ ਪਤੀ ਦੇ ਭੋਗ ਤੇ ਪਹੁੰਚੀ ਹੈ। ਹੋਰ ਵੀ ਸਾਰਾ ਜਿਹੜਾ ਗੁਰੂ ਮਹਾਰਾਜ ਸਾਹਿਬ ਜੀ ਦਾ ਪਰਿਵਾਰ ਹੈ, ਸੰਗਤਾਂ ਹਨ ਦੂਰ ਦੁਰਾਡੇ ਤੋਂ, ਸਾਰੀਆਂ ਪਹੁੰਚਣਗੀਆਂ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਆ।